ਬਾਕੀਆਂ ਨੂੰ ਸਿਰਫ ਸ਼ੇਰ ਹੀ ਦੱਸਿਆ, ਸਿਰਫ ਕੈਪਟਨ ਨੂੰ ਬੱਬਰ ਸ਼ੇਰ ਦੱਸਿਆ। ਇਸ ਦੇ ਬਾਰੇ ਦੱਸੋ ਜੀ, ਇਹ ਕੀ ਉਹਨਾਂ ਨੇ ਅਜਿਹਾ ਕਰ ਦਿੱਤਾ ਕਿ ਉਹਨਾਂ ਨੂੰ ਬੱਬਰ ਸ਼ੇਰ ਦਾ ਜਿਹੜਾ ਖਿਤਾਬ ਦੇ ਦਿੱਤਾ ਸਿੱਧੂ ਵੱਲੋਂ? ਉਸ ਟਾਈਮ ਤੇ ਵੇਖੋ ਸਿੱਧੂ ਨੇ ਇੱਕ ਪੰਥ ਨਾਲ ਇੱਕ ਤੀਰ ਨਾਲ ਕਈ ਨਿਸ਼ਾਨੇ ਕੀਤੇ। ਮਤਲਬ ਸਿੱਧਾ ਮੋਦੀ ਸਰਕਾਰ ਨੂੰ ਚੈਲੰਜ, ਸਿੱਧੇ ਰੂਪ ਚ ਮੋਦੀ ਨੂੰ ਚੈਲੰਜ ਪਾਈ, ਤੂੰ ਸਾਡੀ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰੀ, ਕਿਸਾਨੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਨਾ ਕਰੀ। ਜੇ ਪਾਇਆ ਤੇ ਫਿਰ ਉਹਦੇ ਸਿੱਟੇ ਬੁਰੇ ਨਿਕਲ ਗਏ। ਪੱਟੀ ਸਾਹਿਬ ਕਹਿੰਦੇ ਮਜੀਠੀਆ ਨੇ ਲੁਧਿਆਣੇ ਵਿੱਚ ਕੋਈ ਹੋਰ ਡਰਾਮਾ ਕੀਤਾ, ਉਹਦੇ ਬਾਰੇ ਕੋਈ ਚਾਨਣਾ ਪਾਓ। 900 ਚੂਹਾ ਖਾ ਕੇ ਤੇ ਬਿੱਲੀ ਅੱਜ ਨਹੀਂ ਚੱਲੀ। ਤੇ ਉਹਨਾਂ ਨੇ ਇੱਕ ਗੱਲ ਕਹੀ ਸੀ, ਵੇਖੋ ਜੀ, ਮੈਂ ਅਰਦਾਸ ਕੀਤੀ ਆ ਅਕਾਲ ਤਖਤ ਦੇ ਉੱਤੇ ਵੀ ਜਿੰਨਾ ਚਿਰ ਪੰਜਾਬ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਆਹ ਅਕਾਲੀ ਜਿਹੜੇ ਇਹਨਾਂ ਨੂੰ ਗੁਰੂ ਸਿੱਖਵਾ ਦਿੰਦਾ ਚਿਰ ਮੈਂ ਆਪਣਾ ਵਰਤ ਨਹੀਂ ਛੱਡੂ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਖਬਰਸਾਰ ਬਿਹਾਈਂਡ ਦਾ ਨਿਊਜ਼। ਮੇਰਾ ਤੁਹਾਡੇ ਨਾਲ ਸਾਥ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹੁੰਦਾ ਤੇ ਤੁਸੀਂ ਸਾਰੇ ਜਾਣਦੇ ਹੋ ਬੁੱਧਵਾਰ ਸਾਡਾ ਸਾਥ ਦੇਣ ਦੇ ਲਈ ਬਲਵੀਰ ਕੌਰ ਢਿੱਲੋਂ ਜੀ ਆਉਂਦੇ ਨੇ ਤੇ ਇਸ ਦੇ ਨਾਲ ਪੰਜਾਬ ਤੋਂ ਸਾਡਾ ਸਾਥ ਦੇਣ ਦੇ ਲਈ ਜਸਵੀਰ ਸਿੰਘ ਪੱਟੀ ਵੀ ਆਉਂਦੇ ਨੇ। ਉਹਨਾਂ ਨੂੰ ਵੀ ਅੱਗੇ ਚੱਲ ਕੇ ਸ਼ੋਅ ਦੇ ਵਿੱਚ ਜੀ ਆਇਆਂ ਕਹਿੰਦੇ ਆ। ਪਹਿਲਾਂ ਅਸੀਂ ਬਲਵੀਰ ਹੋਣਾ ਨੂੰ ਸ਼ੋਅ ਦੇ ਵਿੱਚ ਜੀ ਆਇਆਂ ਕਹਿੰਦੇ ਆ। ਸੋ ਬਲਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਜਿੰਦਰ ਜੀ। ਜੀ ਆਇਆਂ ਨੂੰ ਜੀ ਤੁਹਾਨੂੰ। ਥੈਂਕ ਯੂ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਸਾਰੇ ਦੇਖਣ ਵਾਲੇ ਪਰਿਵਾਰਾਂ ਨੂੰ ਵੀ ਸਾਂਝਾ ਟੀਵੀ ਤੇ ਜੀ। ਹਾਂਜੀ ਬਲਵੀਰ ਜੀ, ਬਹੁਤ ਵਧੀਆ ਲੱਗਦਾ ਬੁੱਧਵਾਰ ਜਿਹੜਾ ਸਾਡਾ ਸਾਥ ਹੁੰਦਾ। ਇੱਕ ਖਾਸ ਮੁੱਦੇ ਤੇ ਅਸੀਂ ਗੱਲ ਕਰਾਂਗੇ, ਅੱਗੇ ਜਾ ਕੇ ਕਰਾਂਗੇ, ਪਰ ਪਹਿਲਾਂ ਜਿਹੜੀਆਂ ਬਹੁਤ ਜ਼ਰੂਰੀ ਖਬਰਾਂ ਪੰਜਾਬ ਦੀ ਧਰਤੀ ਦੀਆਂ ਸਾਰੇ ਉਹੀ ਸੁਣਨਾ ਚਾਹੁੰਦੇ ਆ ਕਿ ਉੱਥੇ ਕੀ ਹੋ ਰਿਹਾ, ਕਿਉਂਕਿ ਕਿਸਾਨ ਵੀ ਸੰਘਰਸ਼ ਤੇ ਬੈਠੇ ਆ। ਸੋ ਕਿਉਂ ਨਾ ਪਹਿਲਾਂ ਅਸੀਂ ਪੱਟੀ ਸਾਹਿਬ ਹੁਣਾਂ ਨਾਲ ਗੱਲ ਕਰੀਏ ਤੇ ਪੰਜਾਬ ਹੀ ਸਿੱਧਾ ਚੱਲਦੇ ਆ ਤੇ ਵਾਪਸ ਕੈਨੇਡਾ ਦੀ ਧਰਤੀ ਤੇ ਫੇਰ ਆਉਂਦੇ ਆ ਜੀ। ਸੋ ਬਿਲਕੁਲ ਜੀ, ਪੱਟੀ ਸਾਹਿਬ ਹੁਣਾਂ ਨੂੰ ਜੀ ਆਇਆਂ ਕਹਿੰਦੇ ਆ। ਹਾਂਜੀ ਜਸਵੀਰ ਸਿੰਘ ਪੱਟੀ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਪੱਟੀ ਸਾਹਿਬ, ਜਦੋਂ ਗੱਲ ਕਰਦੇ ਆ ਪੰਜਾਬ ਦੀ ਧਰਤੀ ਦੀ ਤੇ ਖਬਰਾਂ ਆਏ ਦਿਨ ਹੀ ਨਵੀਆਂ ਹੁੰਦੀਆਂ ਆ। ਇਦਾਂ ਨਹੀਂ ਕਿ ਅਸੀਂ ਕੱਲ ਵਾਲੀ ਖਬਰ ਨੂੰ ਦੁਬਾਰਾ ਫੇਰ ਤੋਂ ਡਿਸਕਸ ਕਰੀਏ। ਤੇ ਪਹਿਲੀ ਖਬਰ ਜਾਣਨੀ ਚਾਹੁੰਦੇ ਆ ਕਿ ਸਿੱਧੂ ਨੇ ਕੈਪਟਨ ਨੂੰ ਕਿਹਾ ਬੱਬਰ ਸ਼ੇਰ ਤੇ ਬਾਕੀਆਂ ਨੂੰ ਕਿਹਾ ਆ ਕਿ ਬਾਕੀਆਂ ਨੂੰ ਸਿਰਫ ਸ਼ੇਰ ਹੀ ਦੱਸਿਆ, ਸਿਰਫ ਕੈਪਟਨ ਨੂੰ ਬੱਬਰ ਸ਼ੇਰ ਦੱਸਿਆ। ਇਸ ਦੇ ਬਾਰੇ ਦੱਸੋ ਜੀ, ਇਹ ਕੀ ਉਹਨਾਂ ਨੇ ਅਜਿਹਾ ਕਰ ਦਿੱਤਾ ਕਿ ਉਹਨਾਂ ਨੂੰ ਬੱਬਰ ਸ਼ੇਰ ਦਾ ਜਿਹੜਾ ਖਿਤਾਬ ਦੇ ਦਿੱਤਾ ਸਿੱਧੂ ਵੱਲੋਂ? ਬੇਸਿਕਲੀ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਾਂਗੇ ਜੀ। ਜਦੋਂ ਉਹਨਾਂ ਮੁਲਾਕਾਤ ਕਰਨ ਦੀ ਗੱਲ ਕੀਤੀ ਤੇ ਟਾਈਮ ਨਹੀਂ ਸੀ ਮਿਲਿਆ ਰਾਸ਼ਟਰਪਤੀ ਕੋਲੋਂ ਜੀ। ਤੇ ਰਾਸ਼ਟਰਪਤੀ ਦਾ ਉਲਟਾ ਸੁਨੇਹਾ ਆ ਗਿਆ, ਭਾਈ ਮੈਨੂੰ ਮਿਲਣ ਦੀ ਲੋੜ ਨਹੀਂ, ਜੇ ਤੁਸੀਂ ਮਿਲਣਾ ਚਾਹੁੰਦੇ ਹੋ ਚੰਗੀ ਗੱਲ ਹੈ, ਲੇਕਿਨ ਆਪਣੇ ਦਾ ਗਵਰਨਰ ਨੂੰ ਮਿਲੋ। ਜਿਹੜੇ ਤੁਸੀਂ ਮਤੇ ਪਾਸ ਕੀਤੇ ਉਹਨਾਂ ਦੀ ਕਾਪੀ ਮੇਰੇ ਕੋਲ ਅਜੇ ਤੱਕ ਨਹੀਂ ਆਈ। ਤੇ ਗੱਲ ਵੀ ਕੁਛ ਹੱਦ ਤੱਕ ਠੀਕ ਸੀ ਉਹਦੀ ਜੀ ਕਿ ਜਦੋਂ ਮੇਰੇ ਕੋਲ ਕਾਪੀ ਨਹੀਂ ਤੇ ਮੈਨੂੰ ਮਿਲ ਕੇ ਕੀ ਕਰੋਗੇ ਤੁਸੀਂ। ਉਹਨਾਂ ਨੇ ਜਦੋਂ ਇਹ ਗੱਲ ਤੋਂ ਇਨਕਾਰ ਕਰਤਾ ਤਾਂ ਕਹਿੰਦੇ ਅਸੀਂ ਜਾਵਾਂਗੇ ਜ਼ਰੂਰ, ਮਿਲਾਂਗੇ ਜ਼ਰੂਰ, ਜੇ ਨਹੀਂ ਮਿਲਣਗੇ ਤੇ ਅਸੀਂ ਵਾਪਸ ਆ ਜਾਵਾਂਗੇ ਜੀ, ਅਸੀਂ ਧਰਨਾ ਦੇਾਂਗੇ ਉੱਥੇ। ਤੁਹਾਨੂੰ ਪਤਾ ਹੋਏਗਾ 2002 ਦੇ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਉਦੋਂ ਪਹਿਲੀ ਵਾਰੀ ਕਿਸੇ ਮੁੱਖ ਮੰਤਰੀ ਜਾ ਕੇ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਸੀਗਾ। ਮਾਮਲਾ ਸੀ ਕਿਸਾਨਾਂ ਦੀਆਂ ਗੰਨੇ ਦੇ ਪੈਸੇ ਦਾ ਜੀ। ਹੁਣ ਉਦੋਂ ਬਾਅਦ ਕਿਸੇ ਨੇ ਦਿੱਤਾ, ਉਦੋਂ ਬਾਅਦ ਹੁਣ ਇਹ ਦੂਸਰੀ ਵਾਰੀ ਕੈਪਟਨ ਸਾਹਿਬ ਗਏ ਨੇ ਰਾਸ਼ਟਰਪਤੀ ਕੋਲੇ ਵੀ ਭਾਈ ਸਾਡੀ ਗੱਲ ਸੁਣੋ, ਘੱਟੋ ਘੱਟ ਜਿਹੜੇ ਅਸੀਂ ਰਾਸ਼ਟਰਪਤੀ ਹੋ, ਜੇ ਤੁਸੀਂ ਸਾਡੀ ਗੱਲ ਸੁਣੀ ਕਿਹਨੇ ਸੁਣਨੀ ਹੈ ਜੀ। ਬਿਲਕੁਲ। ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਸੀ ਵੀ ਦੁਨੀਆ ਦੇ ਵਿੱਚ ਅੱਜ ਦੀ ਡੇਟ 'ਚ 2 ਵਿਅਕਤੀ ਹੋਏ ਨੇ। ਇੱਕ ਜਾਰਜ ਵਾਸ਼ਿੰਗਟਨ 1799 ਤੋਂ ਲੈ ਕੇ 1797 ਤੱਕ ਹੋਏ ਨੇ, ਜਿਨ੍ਹਾਂ ਨੇ ਜਦੋਂ ਰਾਸ਼ਟਰਪਤੀ ਵੀ ਉਹਨਾਂ ਨੂੰ ਕਿਹਾ ਭਾਈ ਮੈਂ ਕਿਸੇ ਇੱਕ ਵਿਅਕਤੀ ਦਾ ਰਾਸ਼ਟਰਪਤੀ ਨਹੀਂ, ਮੈਂ ਕਿਸੇ ਇੱਕ ਪਾਰਟੀ ਦਾ ਰਾਸ਼ਟਰਪਤੀ ਨਹੀਂ, ਮੈਂ ਦੇਸ਼ ਦਾ ਰਾਸ਼ਟਰਪਤੀ, ਮੇਰੇ ਲਈ ਸਾਰੇ ਬਰਾਬਰ ਨੇ ਜੀ। ਤੇ ਖੇਤੀਬਾੜੀ ਨੂੰ ਇੰਨਾ ਪਿਆਰ ਕਰਦੇ ਸੀ, ਬਤੌਰ ਰਾਸ਼ਟਰਪਤੀ ਹੁੰਦਿਆਂ ਵੀ ਵੇਲੇ ਕੋਲੇ ਜਾ ਕੇ ਆਪਣੀ ਖੇਤੀ ਦਾ ਜਾ ਕੇ ਖੇਤ ਜਾ ਕੇ ਕੰਮ ਕਰਦੇ ਸੀ ਜੀ। ਉਦੋਂ ਬਾਅਦ ਮੈਂ ਗੱਲ ਕਰੀ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਆਉਂਦੀ ਜੀ। ਮਹਾਰਾਜਾ ਰਣਜੀਤ ਸਿੰਘ ਅਜਿਹਾ ਇੱਕ ਸੈਕੂਲਰ ਬਾਦਸ਼ਾਹ ਹੋਇਆ ਜਿਹਦਾ ਦੁਨੀਆ ਵਿੱਚ ਨਾਂ ਆ ਵੀ ਉਹਦੇ ਰਾਜ ਬਿਲਕੁਲ ਸੈਕੂਲਰ ਸੀਗਾ। ਉਹਦੇ ਰਾਜ ਦੇ ਵਿੱਚ, ਉਹਦੇ ਦਰਬਾਰ ਦੇ ਵਿੱਚ ਤੁਹਾਨੂੰ ਹਰ ਜਾਤ ਦੇ, ਹਰ ਧਰਮ ਦੇ, ਹਰ ਫਿਰਕੇ ਦੇ ਲੋਕ ਮਿਲਦੇ ਸੀ ਜੀ।
ਦੋ ਵਿਅਕਤੀ ਸਨ ਜਿਹੜੇ ਦੁਨੀਆ ਦੇ ਵਿੱਚ ਹੋਇਆ ਜੀ ਤੇ ਰਾਸ਼ਟਰਪਤੀ ਦੇਸ਼ ਦਾ ਜਿਹੜਾ ਵਾ ਉਹ ਇੱਕ ਹਿਸਾਬ ਦਾ ਫਸਟ ਸਿਟੀਜ਼ਨ ਹੁੰਦਾ ਵਾ, ਉਹ ਸਭ ਦੇ ਬਰਾਬਰ ਹੁੰਦਾ, ਉਹ ਮਾਲਕ ਹੁੰਦਾ ਦੇਸ਼ ਦਾ। ਇਸ ਕਰਕੇ ਉਹਨਾਂ ਦਾ ਇਹ ਗੱਲ ਕਹਿਣਾ ਵੀ ਨਹੀਂ ਵੀ ਮੈਨੂੰ ਮਿਲਣ ਦੀ ਲੋੜ ਨਹੀਂ, ਜੋ ਮਿਲਣ ਵਾਸਤੇ ਕਹਿ ਤੂੰ ਨਾ ਧਰਨਾ ਦੇਣ ਦੀ ਗੱਲ ਕੀਤੀ ਆ ਜੀ। ਸਾਨੂੰ ਰਾਸ਼ਟਰਪਤੀ ਨਹੀਂ ਮਿਲੂਗਾ ਤਾਂ ਅਸੀਂ ਧਾਰਾ 144 ਲੱਗੀ ਹੋਣ ਕਰਕੇ ਪੰਜਾਬ ਪਹੁੰਚ ਤੋਂ 4-4 ਵਿਅਕਤੀ ਜਾਵਾਂਗੇ ਤੇ ਵਾਰੀ-ਵਾਰੀ ਆਪਣਾ ਧਰਨਾ ਦੇ ਕੇ ਆਵਾਂਗੇ ਉੱਥੇ ਜੀ। ਉਹਨਾਂ ਨੇ ਕੀ ਕੀਤਾ, ਕੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਨਾਲ 3 ਵਿਅਕਤੀਆਂ ਨੂੰ ਹੋਰ ਨੂੰ ਅਲਾਉ ਕੀਤਾ, ਬਾਕੀ ਕਿਸੇ ਨੂੰ ਅਲਾਉ ਕੀਤਾ ਹੀ ਨਹੀਂ। ਪਿੱਛੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਰਾਸ਼ਟਰ ਪਿਤਾ ਜੀ ਨੂੰ ਕਹਿੰਦੇ ਅਸੀਂ ਜੀ, ਉਹਨੂੰ ਵੀ ਸ਼ਰਧਾਂਜਲੀ ਨਹੀਂ ਭੇਟ ਖਰਚੀ, ਉੱਥੋਂ ਵੀ ਆਸ਼ੀਰਵਾਦ ਨਹੀਂ ਲੈ ਸਕਦੇ ਤੁਸੀਂ। ਉਹ ਫਿਰ ਜੰਤਰ ਮੰਤਰ ਰੋਡ ਤੇ ਆ ਗਏ, ਜਿਹਨੂੰ ਅਸੀਂ ਕਹਿ ਦਿੰਦੇ ਵੀ ਉੱਥੇ ਆਮ ਤੌਰ ਤੇ ਰੈਲੀਆਂ ਜਿਹੜੀਆਂ ਉੱਥੇ ਹੁੰਦੀਆਂ ਨੇ ਜੀ। ਉੱਥੇ ਫਿਰ ਪੰਜਾਬ ਦੇ ਜਿਹੜੇ ਮੰਤਰੀ ਗਏ ਸੀਗੇ, ਵਿਧਾਇਕ ਗਏ ਸੀ, ਮੰਤਰੀ ਗਏ ਸੀ, ਕੋਈ MP ਗਏ ਸੀਗੇ, ਉੱਥੇ ਜਦੋਂ ਬੈਠੇ ਤੇ ਉੱਥੇ 2-3 ਵਿਅਕਤੀਆਂ ਨੂੰ ਬੋਲਣ ਦਾ ਮੌਕਾ ਮਿਲਿਆ। ਇਹਦੇ ਵਿੱਚ ਸਿੱਧੂ ਸੀ, ਖਹਿਰਾ ਸੀ, ਪਰਮਿੰਦਰ ਢੀਂਡਸਾ ਸੀ ਜੀ, ਇਹਨਾਂ ਨੂੰ ਮੌਕਾ ਮਿਲਿਆ। ਕੁਛ MP ਨੂੰ ਮਿਲਿਆ ਮੌਕਾ ਜੀ। ਉਸ ਟਾਈਮ ਤੇ ਵੇਖੋ ਸਿੱਧੂ ਨੇ ਇੱਕ ਪੰਥ ਨਾਲ, ਇੱਕ ਤੀਰ ਨਾਲ ਕਈ ਨਿਸ਼ਾਨੇ ਕੀਤੇ। ਬਿਲਕੁਲ ਜੀ, ਸਹੀ ਕਿਹਾ। ਪਹਿਲੀ ਗੱਲ ਤਾਂ ਉਹਨੇ ਇੰਨੀ ਗੱਲ ਕਹੀ ਵੀ ਵੇਖੋ ਜੇ ਭੇਡਾਂ ਦੇ ਅੱਗੇ ਕੋਈ ਸ਼ੇਰ ਲੱਗ ਜਾਵੇ ਨਾ ਤਾਂ ਭੇਡਾਂ ਵੀ ਆਪਣੇ ਆਪ ਨੂੰ ਸ਼ੇਰ ਹੀ ਸਮਝਦੀਆਂ। ਇੱਥੇ ਸ਼ੇਰ ਬੈਠੇ ਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਬੱਬਰ ਸ਼ੇਰ ਨੇ, ਜਦੋਂ ਅੱਗੇ ਲੱਗ ਕੇ ਤੇ ਫਿਰ ਸਾਡੇ ਜਿਹੜੇ ਸਾਰੇ ਮਾਮਲੇ ਸਹੀ ਹੋ ਜਾਣਗੇ। ਮਤਲਬ ਇਹ ਗੱਲ ਹੋ ਗਈ ਵੀ ਹੁਣ ਜਿਹੜੀ ਆਪਾਂ ਅੱਗੇ ਗੱਲ ਕਰਦੇ ਸੀ ਵੀ ਕੈਪਟਨ ਜੀ ਆਪਣੇ ਜਿਹੜੇ ਹੈਗੇ ਸਭ ਮੰਤਰੀ ਬਣਾ ਲਏ ਜੀ। ਹੁਣ ਸਾਬਤ ਹੋ ਗਿਆ ਵੀ ਜਦੋਂ ਉਹਨਾਂ ਨੇ ਬੱਬਰ ਸ਼ੇਰੀ ਕਹਿਤਾ, ਹੁਣ ਬਾਕੀ ਕਰ ਗਏ, ਇਸ ਤੋਂ ਉੱਪਰ ਕੋਈ ਸਾਨੂੰ ਬੱਚੀ ਹੈ ਨਹੀਂ ਨਾ ਕੋਈ ਹੁਣ ਜੀ। ਬਿਲਕੁਲ, ਜੇ ਬੱਬਰ ਸ਼ੇਰ ਕਹਿਤਾ ਜੀ। ਦੂਸਰੀ ਗੱਲ ਉਹਨਾਂ ਨੇ ਗੱਲ ਕਹੀ ਵੀ ਜਿਹੜੀ ਕਿਸਾਨੀ ਉਹ ਸਾਡੀ ਦੇਸ਼ ਦੀ ਪੱਗ ਆ, ਤੇ ਜਿਹੜਾ ਵੀ ਸਾਡੀ ਪੱਗ ਨੂੰ ਹੱਥ ਪਾਊਗਾ ਉਹਦੇ ਹੱਥ ਤੋੜ ਦਿੱਤੇ ਜਾਣਗੇ। ਮਤਲਬ ਸਿੱਧਾ ਮੋਦੀ ਸਰਕਾਰ ਨੂੰ ਕਹਿੰਦੇ, ਸਿੱਧੇ ਰੂਪ ਚ ਮੋਦੀ ਨੂੰ ਕਹਿੰਦੇ ਭਾਈ ਤੂੰ ਸਾਡੀ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰੀ, ਕਿਸਾਨੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਨਾ ਕਰੀ, ਜੇ ਪਾਇਆ ਤੇ ਫਿਰ ਉਹਦੇ ਸਿੱਟੇ ਬੁਰੇ ਨਿਕਲਣਗੇ ਜੀ। ਆਪਾਂ ਬਹੁਤ ਹੀ ਕਹਿੰਦੇ ਕਿਸੇ ਖਬਰ ਤੇ ਲੱਗਣਾ, ਬਾਕੀ ਖਬਰ ਕਰਦੀ ਆਪਾਂ ਜੀ। ਜੀ ਬਿਲਕੁਲ ਪੱਟੀ ਸਾਹਿਬ, 328 ਸਰੂਪਾਂ ਨੂੰ ਲੈ ਕੇ ਜੋ ਬਰਖਾਸਤ ਤੇ ਮੁਅੱਤਲ ਕੀਤੇ ਗਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਬਾਰੇ ਦੱਸੋ ਕੁਝ। ਇੱਕ ਫਿਦਰਤ ਨਹੀਂ ਹੈ ਜੀ ਸ਼੍ਰੋਮਣੀ ਕਮੇਟੀ ਦੀ ਜੀ। ਜਦੋਂ ਕਿਸੇ ਦੀ ਮਦਦ ਕਰਨੀ ਹੋਵੇ ਨਾ ਆਪਾਂ, ਹਾਂਜੀ, ਉਹ ਕਹਿੰਦੀ ਵੀ ਤੂੰ ਕੋਰਟ ਚਲ ਜਾ, ਕੋਈ ਗੱਲ ਨਹੀਂ ਜੀ, ਕਿਉਂਕਿ ਹੁਣ ਉਹਨਾਂ ਲੋਕਾਂ ਦੀ ਸਿੱਧੇ ਰੂਪ 'ਚ ਮਦਦ ਨਹੀਂ ਸੀ ਕਰ ਸਕਦੇ, ਕਿਉਂਕਿ ਅਕਾਲ ਤਖਤ ਦੇ ਜਥੇਦਾਰ ਦੇ ਹੁਕਮ ਦੇ ਮੁਤਾਬਕ ਕਾਰਵਾਈ ਕੀਤੀ ਗਈ ਹੈ ਜੀ। ਹੁਣ ਉਹ ਚਲੇ ਗਏ ਨੇ ਕੋਰਟ ਦੇ ਵਿੱਚ ਜੀ। ਠੀਕ, ਕੋਰਟ ਦੇ ਵਿੱਚ ਕੀ ਲੈ ਕੇ ਗਏ ਨੇ ਵੀ ਸਾਨੂੰ ਇਹਨਾਂ ਨੇ 27 ਅਗਸਤ ਨੂੰ ਡਿਸਮਿਸ ਕਰ ਲਿਆ, ਸਾਡੀ ਜਿਹੜੀ ਰੂਲਸ ਉਹ ਫੋਲੋ ਨਹੀਂ ਕੀਤੇ ਜੀ। ਸਾਨੂੰ ਇਹਨਾਂ ਦੱਸਿਆ ਹੀ ਨਹੀਂ, ਸਾਨੂੰ ਇਹ ਚਾਰਜ ਸ਼ੀਟ ਕਰਦੇ, ਤੁਹਾਡਾ ਆ ਕਸੂਰ ਆ, ਤੁਸੀਂ ਆ ਗਲਤੀ ਕੀਤੀ ਆ, ਤੁਹਾਨੂੰ ਇਸ ਕਰਕੇ ਡਿਸਮਿਸ ਕੀਤਾ ਜਾਂਦਾ ਸੀ, ਉਹਦਾ ਜਵਾਬ ਦਿੰਦੇ ਜੀ। ਇਸ ਕਰਕੇ ਸਾਡੇ ਨਾਲ ਸ਼੍ਰੋਮਣੀ ਕਮੇਟੀ ਨੇ ਜ਼ਿਆਦਤੀ ਕੀਤੀ ਆ ਤੇ ਸਾਡਾ ਜਿਹੜਾ ਇਹ ਫੈਸਲਾ ਕੋਰਟ ਕਰੇ ਜੀ। ਬਿਲਕੁਲ ਜੀ। ਇਹਨਾਂ ਨੇ ਕਮਿਟ ਪਾਈ ਸੀ ਉੱਥੇ, ਸ਼੍ਰੋਮਣੀ ਕਮੇਟੀ ਨੇ ਕਮਿਟ ਪਾਈ ਸੀ ਵੀ ਭਾਈ ਜੇ ਕੋਈ ਇਹੋ ਜਿਹਾ ਕੇਸ ਹੁੰਦਾ ਪਹਿਲਾਂ ਸਾਨੂੰ ਸੁਣਿਆ ਜਾਵੇ। ਹਾਂਜੀ, ਉਹਦੇ ਵਿੱਚ ਕੱਲ ਦੀ ਤਰੀਕ ਪਈ ਆ, ਕੱਲ ਦੀ ਤਰੀਕ ਜਾ ਕੇ ਜਿਹੜੀ ਸ਼੍ਰੋਮਣੀ ਕਮੇਟੀ ਆਪਣਾ ਪੱਖ ਪੇਸ਼ ਕਰੇਗੀ ਤੇ ਉਹ ਆਪਣੀ ਗੱਲ ਕਰਨਗੇ ਤੇ ਉੱਥੇ ਸ਼੍ਰੋਮਣੀ ਕਮੇਟੀ ਬਾਈ ਲਾਜ਼ ਗਲਤ ਜੀ, ਉਹਨਾਂ ਦੀ ਬਹਾਲੀ ਵੀ ਹੋ ਸਕਦੀ, ਉਹਨਾਂ ਨੂੰ ਪੁਰਾਣੇ ਫੰਡ ਵੀ ਮਿਲ ਸਕਦੇ ਆ, ਉਹਨੂੰ ਸ਼੍ਰੋਮਣੀ ਕਮੇਟੀ ਦੇਣੇ ਪੈਣਗੇ। ਕਿਉਂ? ਕਿਉਂਕਿ ਰੂਪ ਸਿੰਘ ਹੋਰੀ ਜਿਹੜੇ ਮੁੱਖ ਸਕੱਤਰ ਸੀ ਉਹਨਾਂ ਦੇ ਉੱਤੇ ਵੀ ਇਹੀ ਧਾਰਾ ਲਗਾਈ ਗਈ ਸੀ, ਭਾਵੇਂ ਕਿ ਬਾਅਦ ਚ ਉਹਨਾਂ ਦਾ ਅਸਤੀਫਾ ਅਸੈਪਟ ਕਰ ਲਿਆ ਸੀ, ਉਹਨਾਂ ਦਾ ਇਹਨਾਂ ਮਤਾ ਕਰਤਾ ਵੀ ਇਹਨਾਂ ਦੇ ਫੰਡ ਦਿੱਤੇ ਜਾਣਗੇ ਜੀ। ਬਿਲਕੁਲ, ਉਹਨਾਂ ਦੇ ਦਿੱਤੇ ਜਾਂਦੇ, ਫਿਰ ਸਾਡੇ ਕੋਈ ਨਹੀਂ, ਇਸ ਕਰਕੇ ਸੁਣਵਾਈ ਹੋਏਗੀ। ਹੁਣ ਵੇਖੋ ਅੱਗੇ ਕੀ ਬਣਦਾ ਜੀ। ਤੇ ਦੂਜੇ ਪਾਸੇ ਜੀਕੇ ਹੁਣਾਂ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਕਿ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਇਸ ਕਰਕੇ ਮਿਲਣੀ ਉਹਨਾਂ ਨੇ ਕੀਤੀ ਸੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਦੇ 350 ਸਾਲਾਂ ਦੇ ਕਰਕੇ ਸੀ। ਸੋ ਉਹ ਇਹ ਸਪਸ਼ਟੀਕਰਨ ਕਿਉਂ ਦੇ ਰਹੇ ਨੇ ਜੀ? ਜਦੋਂ ਤੱਕ ਮਨਜੀਤ ਸਿੰਘ ਜੀਕੇ ਹੋਰੀ ਇਸ ਮਾਹੌਲ ਦੇ ਵਿੱਚ ਇਸ ਸਮੇਂ ਜਾ ਕੇ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦੇ, ਉਹਦੀ ਫੋਟੋ ਅਖਬਾਰ ਛਪਦੀ ਆ ਵੀ ਅਸੀਂ ਜਾ ਕੇ ਉਹਨੂੰ ਮਿਲ ਕੇ ਆਏ,
ਜੀ ਹੁਣ ਜੀਕੇ ਫਸ ਗਏ ਵੀ ਇਸ ਵੇਲੇ ਸਾਡੇ ਕਿਸਾਨਾਂ ਦਾ ਮਾਮਲਾ ਵਾ, ਸਾਡੇ ਆਪਣੇ ਮਾਮਲੇ ਆ, ਸਿੱਖ ਤੇ ਵੀ ਅਸੂਲੀ ਚੰਗੇ ਪਏ ਜਾ ਕੇ ਉਹਨਾਂ ਮੁਲਾਕਾਤ ਕਰਨ ਡਿਆ ਜੀ। ਉਹਨੇ ਸਪਸ਼ਟ ਕੀਤਾ ਵੀ ਮੈਂ ਅਮਿਤ ਸ਼ਾਹ ਨੂੰ ਮਿਲਿਆ ਮੈਂ ਇਹ ਸਰਕਾਰ ਕੋਲ ਬੜੇ ਕੰਮ ਲਏ ਨੇ, ਸਭ ਤੋਂ ਵੱਡਾ ਕੰਮ ਮੈਂ ਇਹ ਲਿਆ ਸੀਗਾ ਵੀ ਇੱਕ ਤੇ ਜਿਹੜੀ ਸਾਡੀਆਂ ਜੀ ਸੰਸਥਾਵਾਂ ਸੀ ਦਿੱਲੀ ਦੇ ਵਿੱਚ ਜੀ ਐਜੂਕੇਸ਼ਨ ਸੰਸਥਾਵਾਂ, ਉਹਨਾਂ ਨੂੰ ਮਾਈਨੋਰਟੀ ਦਾ ਦਰਜਾ ਨਹੀਂ ਮਿਲਿਆ ਸੀਗਾ। ਹੁਣ ਮੈਂ ਜਾ ਕੇ ਮਿਲਿਆ ਤੇ ਉਦੋਂ ਬਾਅਦ ਇਹਨਾਂ ਨੂੰ ਮਾਈਨੋਰਟੀ ਦਾ ਦਰਜਾ ਮਿਲਿਆ। ਜਿਹੜੀਆਂ ਸਾਡੀਆਂ ਦਿੱਲੀ ਚ ਈਸਾਈ ਸੰਸਥਾਵਾਂ ਸੀ, ਕ੍ਰਿਸਚੀਅਨ ਸੀ ਜਾਂ ਮੁਸਲਿਮ ਸੀ, ਉਹਨਾਂ ਨੂੰ ਮਾਈਨੋਰਟੀ ਦਾ ਦਰਜਾ ਸੀ, ਸਾਡੇ ਕੋਲ ਨਹੀਂ ਸੀਗਾ ਜੀ। ਮੈਂ ਉਹਨਾਂ ਕੋਲੋਂ ਇਹ ਲੈ ਕੇ ਆਇਆ ਜੀ। ਉਹ ਕਹਿੰਦਾ ਜੀ ਮੈਂ ਫਿਰ ਇਹ ਸਰਕਾਰ ਦੇ ਹੁੰਦਿਆਂ ਵਿਰੋਧ ਦੇ ਬਾਵਜੂਦ ਵੀ ਇੱਕ ਜਿਹੜੀ ਯਾਦਗਾਰ ਬਣਾਈ ਹੈ ਜਿਹੜੀ ਸਾਡੇ 1984 ਜਿਹੜੇ ਸ਼ਹੀਦ ਹੋਏ ਸੀ। ਜੀ ਬਿਲਕੁਲ। ਤੀਜਾ ਕਹਿੰਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਟੈਚੂ ਇੱਕ ਲਗਾਉਣਾ ਸੀ, ਮੈਂ ਉਹ ਲਗਾਇਆ ਤੁਹਾਨੂੰ ਕਹਿ ਕੇ ਜੀ, ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ। ਜੀ। ਅਗਲੀ ਗੱਲ ਉਹ ਕਰਦੇ ਆ ਵੀ ਮੈਂ ਜਦੋਂ ਇਹਨਾਂ ਕੋਲ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਸਾਡਾ 400 ਸਾਲਾ ਆ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਅਸੀਂ ਇਹ ਸਾਂਝੇ ਰੂਪ ਚ ਮਨਾਈਏ ਤੇ ਸਾਡੀ ਸ਼੍ਰੋਮਣੀ ਸੈਂਟਰ ਸਰਕਾਰ ਮਦਦ ਕਰੇ ਇਹਦੇ ਚ। ਜੀ। ਉਹ ਕਹਿੰਦੇ ਮੈਂ ਗਨਾਹ ਕੀ ਕੀਤਾ ਜਾ ਕੇ। ਤੇ ਚੌਥੀ ਗੱਲ ਮੈਂ ਕਿਸਾਨਾਂ ਦੀ ਕਰਕੇ ਉਹਨਾਂ ਨਾਲ ਹਾਂਜੀ ਇੱਕ ਗੱਲ ਕੀਤੀ ਆ ਵੀ ਕਿਸਾਨ ਇਸ ਗੱਲ ਦੀ ਵਜੇਦਾ ਕੋਈ ਵੀ ਗੱਲ ਕਰਨੀ ਉਹ ਕਿਸਾਨ ਜਥੇਬੰਦੀਆਂ ਨੇ ਕੀਤੀ ਜਾਵੇ, ਕਿਸਾਨ ਆਗੂ ਨੇ ਕੀਤੀ ਜਾਵੇ, ਕਿਸੇ ਰਾਜਸੀ ਧਿਰ ਨਾਲ ਇਹ ਗੱਲਬਾਤ ਨਾ ਕੀਤੀ ਜਾਵੇ। ਜੀ ਬਿਲਕੁਲ। ਪੱਟੀ ਸਾਹਿਬ ਕਿਸਾਨ ਜਿਹੜੀ ਦੇਸ਼ ਦੀ ਰੀੜ੍ਹ ਦੀ ਹੱਡੀ ਨੇ। ਜੀ ਬਿਲਕੁਲ। ਉਹ ਕਹਿੰਦਾ ਮੈਂ ਅੱਜ ਕੀ ਕੀਤਾ, ਉਹਨੇ ਆਪਣਾ ਸਪਸ਼ਟੀਕਰਨ ਦਿੱਤਾ। ਜਦੋਂ ਉਹਨੂੰ ਪੁੱਛਿਆ ਗਿਆ ਵੀ ਭਾਈ ਜਿਹੜੀ ਇਲੈਕਸ਼ਨ ਆ ਰਹੀ ਦਿੱਲੀ ਕਮੇਟੀ ਦੀ ਉਹਦੇ ਬਾਰੇ ਕੋਈ ਗੱਲ ਚੱਲੀ, ਉਹ ਕਹਿੰਦਾ ਜਿਹੜੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਸੈਂਟਰ ਸਰਕਾਰ ਦਾ ਕੋਈ ਰੋਲ ਨਹੀਂ ਹੁੰਦਾ ਕਿਉਂਕਿ ਜਿਹੜਾ ਸਾਡਾ ਗੁਰਦੁਆਰਾ ਚੋਣ ਕਮਿਸ਼ਨ ਆ ਉਹ ਸਾਡਾ ਬਕਾਇਦਾ ਤੌਰ ਤੇ ਦਿੱਲੀ ਸਰਕਾਰ ਦੇ ਅਧੀਨ ਆਉਂਦਾ। ਜੀ ਬਿਲਕੁਲ। ਇਸ ਕਰਕੇ ਉਹਦਾ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਲੇਕਿਨ ਮੈਂ ਇੱਕ ਗੱਲ ਦੀ ਵਧਾਈ ਦੇ ਕੇ ਆਇਆ ਵੀ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਪੈਂਡਿੰਗ ਪਈਆਂ ਸੀਗੀਆਂ ਉਹਦਾ ਤੁਸੀਂ ਚੀਫ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਲੱਗਦਾ ਸੀ, ਤੁਸੀਂ ਵਧਾਈ ਦੇ ਪਾਤਰ ਹੋ ਤੇ ਉਹ ਵੀ ਚੋਣਾਂ ਜਲਦੀ ਕਰਵਾ ਦਿੱਤੀਆਂ ਜਾਣ। ਜੀ ਇਹ ਸਪਸ਼ਟੀਕਰਨ ਦਿੱਤਾ ਜੀ ਉਹਨਾਂ ਨੇ। ਜੀ ਠੀਕ ਹੈ। ਪੱਟੀ ਸਾਹਿਬ ਕਹਿੰਦੇ ਮਜੀਠੀਆ ਨੇ ਲੁਧਿਆਣੇ ਵਿੱਚ ਕੋਈ ਹੋਰ ਡਰਾਮਾ ਕੀਤਾ, ਉਹਦੇ ਬਾਰੇ ਕੋਈ ਚਾਨਣਾ ਪਾਓ। 900 ਚੂਹਾ ਖਾ ਕੇ ਤੇ ਬਿੱਲੀ ਅੱਜ ਨੂੰ ਚੱਲੀ ਜੀ। ਜੀ ਬਿਲਕੁਲ ਜੀ, ਇਹ ਕਹਾਵਤ ਬੜੀ ਪੁਰਾਣੀ ਹੈ ਤੇ ਕਹਾਵਤ ਪੁਰਾਣੀ ਲੇਕਿਨ ਵੇਲੇ ਕੋਲੇ ਢੁੱਕ ਬੜੀ ਵਧੀਆ ਟਿਕਾਣੇ ਜਾਂਦੀ ਹੈ। ਬਿਲਕੁਲ ਜੀ। ਜਿਹੜੇ ਮਜੀਠੀਆ ਸਾਹਿਬ ਆ ਜੀ ਉਹਨਾਂ ਨੇ ਆਪਣੀ ਸਰਕਾਰ ਚ ਕਿਹੜਾ ਕੰਮ ਛੱਡਿਆ ਸੀ, ਕਿਹੜਾ ਕੰਮ ਛੱਡਿਆ? ਹਾਂਜੀ। ਮਜੀਠੀਆ ਸਾਹਿਬ ਤੇ ਇੱਕ ਅੱਜ ਵੀ ਜਿਹੜਾ ਇਲਜ਼ਾਮ ਲੱਗਦਾ 6000 ਕਰੋੜ ਦਾ ਨਸ਼ਿਆਂ ਦੇ ਘਪਲੇ ਦਾ, ਜੀ ਬਿਲਕੁਲ, ਜਿਹਦੇ ਵਿੱਚ ਡੀਐਸਪੀ ਜਗਦੀਸ਼ ਸਿੰਘ ਭੋਲਾ ਫੜਿਆ ਗਿਆ ਤੇ ਉਹਨੇ ਲਾਈਵ ਟੀ ਦੇ ਸਾਹਮਣੇ ਕਹਿਤਾ ਵੀ ਸਾਡਾ ਸਰਗਨਾ ਬਿਕਰਮ ਸਿੰਘ ਮਜੀਠੀਆ ਵਾ। ਜੀ ਬਿਲਕੁਲ ਜੀ। ਲੇਕਿਨ ਉਹਦੇ ਖਿਲਾਫ ਜਿਹੜੀ ਸੀ ਅਕਾਲੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਤੇ ਸਰਵਣ ਸਿੰਘ ਫਲੌਰ ਇੱਕ ਮਿਨਿਸਟਰ ਸੀ ਦਲਿਤ ਜੀ, ਉਹਦੇ ਖਿਲਾਫ ਕਾਰਵਾਈ ਕਰਤੀ ਸੀ ਵੀ ਦਲਿਤ ਮਿਨਿਸਟਰਸ ਨੂੰ ਕਹਿਤਾ ਵੀ ਤੇਰੇ ਨਾਂ ਤੇਰੇ ਬੇਟੇ ਦਾ ਨਾਮ ਬੋਲਦਾ ਜੀ ਇਸ ਸਕੈਂਡਲ ਦੇ ਵਿੱਚ ਤੂੰ ਰਿਜ਼ਾਈਨ ਕਰ ਜਾ। ਉਹਨੇ ਰਿਜ਼ਾਈਨ ਕੀਤਾ। ਜਿਹਦੇ ਬੇਟੇ ਦਾ ਨਾਮ ਬੋਲਦਾ ਸੀ ਇਹਦੇ ਨਾ ਹੀ ਆਇਆ ਸੀ, ਅਜੇ ਉਹਦੀ ਕੋਈ ਸਪਸ਼ਟ ਨਹੀਂ ਹੈ ਕੁਝ ਵੀ। ਉਹਦੇ ਕੋਲ ਅਸਤੀਫਾ ਬਾਦਲ ਸਾਹਿਬ ਨੇ ਲੈ ਲਿਆ ਸੀ ਤੇ ਆਪਣੇ ਰਿਸ਼ਤੇਦਾਰ ਕੋਲੋਂ ਆਪਣੇ ਭਰਾ ਦੇ ਸਾਲੇ ਕੋਲ ਸਿੱਧਾ ਨਾਂ ਆਉਣ ਦੇ ਬਾਵਜੂਦ ਵੀ ਕਹਿਤਾ ਨਹੀਂ ਜੀ ਉਹ ਬਿਲਕੁਲ ਨਿਰਦੋਸ਼ ਜੀ। ਤੇ ਮਜੀਠੀਆ ਸਾਹਿਬ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ ਗਰੀਬਾਂ ਦੇ ਹੱਕ 'ਚ, ਬਹੁਤ ਚੰਗੀ ਗੱਲ ਜੀ। ਲੇਕਿਨ ਇਸ ਵੇਲੇ ਇਹ ਮੌਕਾ ਇਹ ਸੀ ਵੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਿਹਾ ਵੀ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਨੂੰ ਖਤਰਾ ਵਾ, ਇਹਨੂੰ ਬਚਾਇਆ ਜਾਵੇ। ਤੇ ਤੁਸੀਂ ਦਿੱਲੀ ਜਾਣ ਦੀ ਬਜਾਏ ਜਾ ਕੇ ਆਸ਼ੂ ਦੇ ਘਰ ਦੇ ਬਾਹਰ ਜਾ ਕੇ ਧਰਨਾ ਲਾ ਰਹੇ ਜੀ। ਤੁਹਾਨੂੰ ਵੀ ਇਸ ਗੱਲ ਦਾ ਪਤਾ ਵਾ, ਸਾਨੂੰ ਵੀ ਪਤਾ ਵਾ, ਤੁਸੀਂ ਗਏ ਕਿਉਂ? ਸਿਰਫ ਗਏ ਇਸ ਕਰਕੇ ਵੀ ਜਾ ਕੇ ਅਸੀਂ ਰੌਲਾ ਪਾਉਣਾ ਕਿ ਪੁਲਿਸ ਫੜ ਕੇ ਥਾਣੇ ਲੈ ਜਾਊਗੀ, ਸਾਨੂੰ ਥਾਣੇ ਲੈ ਜਾਊਗੀ, ਜਦ ਫੋਟੋ ਛਪ ਜੂਗੀ ਤੇ ਸਾਡੀ ਫਰੰਟ ਪੇਜ ਤੇ ਖਵਾ ਦਿਓ। ਜਦੋਂ ਬਾਅਦ ਕੀ ਹੋ ਜੀ ਬਿਲਕੁਲ ਜੀ ਬਿਲਕੁਲ। ਅਸੀਂ ਇਹ ਨਹੀਂ ਕਰਦੇ ਕਿ ਆਸ਼ੂ ਬਿਲਕੁਲ ਜਿਹੜਾ ਬਿਲਕੁਲ ਬਰੀ ਉਹਦੇ ਵਿੱਚੋਂ, ਬਿਲਕੁਲ ਇਹਨਾਂ ਲੋਕਾਂ ਨੇ ਘਪਲੇ ਕੀਤੇ, ਆਸ਼ੂ ਵੀ ਸ਼ਾਮਲ ਉਹਦੇ ਵਿੱਚ ਹੈਗਾ। ਦੀ ਨਿਰਪੱਖ ਜਾਂਚ ਕਰਾ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਜੀ। ਤੇ ਦੂਜੇ ਪਾਸੇ ਜੀ ਆਪਣੇ ਸਾਧੂ ਸਿੰਘ ਧਰਮਸੋਤ ਦੇ ਪਰਦਾ ਪਾਏ ਉਹਦੀ ਵੀ ਜਾਂਚ ਹੋਣੀ ਚਾਹੀਦੀ। ਸੀਬੀਆਈ ਇਨਕੁਆਇਰੀ ਕਿਉਂ ਨਹੀਂ ਕਰਾਉਂਦੇ? ਕਰਾਓ ਤੁਸੀਂ ਆਪੇ ਸਹੀ ਸਮਝ। ਬਿਲਕੁਲ ਹੋਣੀ ਚਾਹੀਦੀ ਜੀ, ਬਿਲਕੁਲ ਹੋਣੀ ਚਾਹੀਦੀ ਜੀ। ਇਸ ਕਰਕੇ ਮਜੀਠੀਆ ਸਾਹਿਬ ਚਾਹੀਦਾ ਵੀ ਜੇ ਪਹਿਲਾਂ ਤੁਸੀਂ ਆਪਣੀ ਪੀੜ੍ਹੀ ਤੇ ਸੋਟਾ ਫੇਰੋ
ਤੇ ਫਿਰ ਦੂਜਿਆਂ ਨੂੰ ਤੁਸੀਂ ਚੋਰ ਕਹੋ ਤੇ ਚੰਗੀ ਗੱਲ ਆ, ਜੀ ਨਹੀਂ ਤੇ ਆਪਣੇ ਚੋਰੀ ਹੈਗੀ ਹੈ। ਬਿਲਕੁਲ ਜੀ। ਤੇ ਦੂਜੇ ਪਾਸੇ ਸਿੱਧੂ ਨੂੰ ਤੇ 4 ਹੋਰ ਵਿਧਾਇਕਾਂ ਨੂੰ ਦਿੱਲੀ ਦੇ ਬਾਰਡਰ ਤੇ ਰੋਕਿਆ ਗਿਆ ਤੇ ਕਹਿੰਦੇ ਕੁਛ ਇੱਕ ਦੇ ਨਾਲ ਹੱਥੋਂ ਪਾਈ ਵੀ ਹੋਈ ਆ ਤੇ ਉਹਨਾਂ ਨੂੰ ਖਿੱਚਾ ਧੂ ਵੀ ਕੀਤੀ ਗਈ ਉਹਨਾਂ ਦੀ, ਇਹਦੇ ਬਾਰੇ ਦੱਸੋ ਜੀ। ਸਾਹਿਬ ਜਦੋਂ ਗਏ ਆ, ਇਹ 4 ਵਿਧਾਇਕ ਸਨ, ਚ ਰਾਜਾ ਵੜਿੰਗ ਸੀ, ਇੱਕ ਮੇਰੇ ਖਿਆਲ ਸ਼ਾਇਦ ਧਮਾਨ ਸੀ, ਇੱਕ ਹੋਰ ਸੀ, 4 ਵਿਧਾਇਕ ਸੀ। ਇਹ ਗੱਡੀਆਂ ਨਾਲ ਸੀ, ਅਗਲੇ ਪਾਸੇ ਉੱਠਰ ਮਾਰਦੀ ਗੱਡੀ ਜਾਗਦੀ ਹੈ ਤੇ ਉੱਤੇ ਪੁਲਿਸ ਤੇ ਰੋਕ ਲਿਆ, ਤੁਸੀਂ ਅੱਗੇ ਨਹੀਂ ਜਾ ਸਕਦੇ ਜੀ। ਉਹ ਕਹਿੰਦੇ ਕਿਉਂ ਨਹੀਂ ਜਾ ਸਕਦੇ ਅਸੀਂ? ਉਹਦੇ ਸਿੱਧੂ ਸਾਹਿਬ ਤੇ ਆਪਣੀ ਗੱਡੀ 'ਚ ਬੈਠੇ ਸੀ, ਉੱਥੋਂ ਕਹਿੰਦੇ ਇਹਨੂੰ ਪੁੱਛੋ, ਜਿਹੜਾ ਤੁਹਾਨੂੰ ਅਧਿਕਾਰੀ ਪੁੱਛੇ ਨੂੰ ਪੁੱਛੋ ਇੰਨੀ ਗੱਲ ਵੀ ਤੇਰੇ ਕੋਲ ਲਿਖਤੀ ਆਰਡਰ ਹੈਗੇ ਆ ਜੀ। ਅਸੀਂ ਇੱਕ ਸੰਵਿਧਾਨਕ ਵਿਅਕਤੀ ਆ। ਸਿੱਧੂ ਨੇ ਆਪਣੀ ਸਪੀਚ 'ਚ ਕੀ ਕਿਹਾ, ਉਹਨੇ ਇੱਥੇ ਵੀ ਕਿਹਾ, ਉਹ ਕਹਿੰਦਾ ਵੀ ਜਿਹੜੇ ਸਾਡੇ ਪੰਜਾਬ ਦਾ ਇੱਕ ਵਿਧਾਇਕ ਆ ਉਹ 2 ਲੱਖ ਬੰਦਿਆਂ ਦੀ ਘੱਟੋ ਘੱਟ ਨੁਮਾਇੰਦਗੀ ਕਰਦਾ ਵਾ ਜੀ। ਜਿਹੜਾ ਇੱਕ ਐਮਪੀ ਉਹ 15 ਲੱਖ ਬੰਦਿਆਂ ਦੀ ਨੁਮਾਇੰਦਗੀ ਕਰਦਾ, ਤੁਹਾਨੂੰ ਕੀ ਅਧਿਕਾਰ ਹੈ ਸਾਨੂੰ ਰੋਕਣ ਦਾ? ਜਦੋਂ ਫਿਰ ਸਿੱਧੂ ਸਾਹਿਬ ਨਿਕਲ ਗਏ ਉਹਦੀ ਬੋਡੀ ਤੇ ਉਹਦੀ ਜਿਹੜੀ ਆਉਂਦੀ ਆ ਵੀ ਬੋਡੀ ਲੈਂਗੁਏਜ ਉਹ ਵੇਖਣ ਵਾਲੀ ਸੀ, ਤੇ ਫਿਰ ਅਖੀਰ ਦੇ ਉੱਤੇ ਉਸ ਅਧਿਕਾਰੀ ਨੂੰ ਕਹਿਣਾ ਵੀ 1 ਮਿੰਟ ਠਹਿਰ ਜੀ ਪੁੱਛ ਲਾ ਜੀ। ਤੇ ਪੁੱਛਣ ਤੋਂ ਬਾਅਦ ਵੀ ਜਿਹੜੀ ਪੁਲਿਸ ਤੇ ਰੋਕਿਆ ਸੀ ਉਹਨਾਂ ਨੂੰ ਉਹ ਪੁਲਿਸ ਐਸਕੌਰਟ ਕਰਕੇ ਲੈ ਕੇ ਗਈ ਜਿੱਥੇ ਜਾਣਾ ਸੀ ਉਹਨਾਂ ਨੇ। ਜੀ ਜੀ। ਪੱਟੀ ਸਾਹਿਬ ਟਾਈਮ ਦੇ ਉੱਤੇ ਰਾਜਾ ਵੜਿੰਗ ਸੀ, ਉਹਨਾਂ ਧੱਕੇਸ਼ਾਹੀ ਮਾੜੀ ਮੋਟੀ ਹੋਈ ਆ, ਲੇਕਿਨ ਇਹ ਆ ਵੀ ਉਹਨਾਂ ਨੂੰ ਉੱਥੇ ਖਬਰਾਂ ਚੰਗੀ ਛਪੀਆਂ ਵੀ ਉਹਨਾਂ ਧੱਕੇਸ਼ਾਹੀ ਹੋਈ, ਹੋਰ ਕੋਈ ਗੱਲ ਨਹੀਂ ਜੀ। ਠੀਕ ਹੈ ਜੀ। ਪੱਟੀ ਸਾਹਿਬ ਕਹਿੰਦੇ ਕਿਸਾਨ ਆਗੂਆਂ ਨੇ ਹੁਣ ਕਿਹਾ ਹੈ ਕਿ ਉਹ ਰੇਲਵੇ ਫਾਟਕਾਂ ਦੀ ਬਜਾਏ ਪਾਰਕਾਂ ਦੇ ਵਿੱਚ ਬੈਠਣਗੇ, ਇਹਦੇ ਬਾਰੇ ਵੀ ਥੋੜਾ ਚਾਨਣਾ ਪਾਓ। ਇਹਦੇ ਬਾਰੇ ਇਹ ਅੱਜ ਹੀ ਬੇਸਿਕਲੀ ਜਿਹੜੀ ਕੇਂਦਰ ਸਰਕਾਰ ਇਹਨਾਂ ਨੇ ਰੇਲਵੇ ਟਰੈਕ ਜਿਹੜੇ ਖਾਲੀ ਕਰਤੇ ਸੀਗਾ ਅੱਜ ਤੋਂ 15 ਦਿਨ ਪਹਿਲਾਂ, ਉਹ ਕਹਿੰਦੇ ਅਸੀਂ ਰੇਲ ਟਰੈਕ ਖਾਲੀ ਕਰ ਦਿੱਤੇ। ਰੇਲ ਟਰੈਕ ਖਾਲੀ ਕਰਨ ਤੋਂ ਬਾਅਦ ਤੁਹਾਨੂੰ ਕਿਹਾ ਵੀ ਤੁਸੀਂ ਰੇਲ ਗੱਡੀਆਂ ਚਲਾਓ, ਸਿਰਫ ਤੇ ਸਿਰਫ ਜਿਹੜੀਆਂ ਉਹ ਮਾਲ ਗੱਡੀਆਂ, ਪੈਸੇਂਜਰ ਟ੍ਰੇਨ ਨਹੀਂ। ਠੀਕ ਹੈ। 2 ਦਿਨ ਉਹ ਗੱਡੀਆਂ ਚੱਲੀਆਂ, ਤੀਜੇ ਦਿਨ ਤੁਸੀਂ ਬੰਦ ਕਰਤੀਆਂ ਵੀ ਨਹੀਂ ਪੈਸੇਂਜਰ ਵੀ ਚਲਾਓ, ਕਹਿੰਦੇ ਬਿਲਕੁਲ ਨਹੀਂ। ਹਾਂਜੀ। ਕਹਾਣੀ ਕੀ ਸੀ? ਕਹਾਣੀ ਇਹ ਸੀ ਵੀ ਅਡਾਨੀ ਦੀ ਇੱਕ ਗੱਡੀ ਜਿਹੜੀ ਆ ਉਹ ਜਿਹੜਾ ਸਾਈਡ ਤੋਂ ਆਪਣਾ ਮਾਲ ਭਰਨ ਵਾਸਤੇ ਗਈ ਸੀ ਮੋਗੇ ਵਾਲੇ ਪਾਸੇ, ਉਹ ਕਿਸਾਨਾਂ ਨੇ ਘੇਰ ਲਈ ਸੀ ਤੇ ਉਹ ਗੱਡੀ ਵਾਪਸ ਮੋੜਤੀ ਸੀ ਖਾਲੀ ਜੀ। ਮਾਲ ਟ੍ਰੇਨ। ਉੱਥੋਂ ਫਿਰ ਤੁਹਾਨੂੰ ਪਤਾ ਜਿਹਨਾਂ ਦੇ ਮਾਲਕ ਨੇ ਅਗਲੇ ਅਡਾਨੀ ਅਮਾਨੀ ਉਹਨਾਂ ਨੇ ਰੋਸ ਕੀਤਾ ਵੀ ਸਾਡੀ ਗੱਡੀ ਵਾਪਸ ਹੀ, ਤੁਸੀਂ ਗੱਡੀਆਂ ਚਲਾਉਂਦੇ, ਉਹਨਾਂ ਕਹਿੰਦੇ ਗੱਡੀਆਂ ਅਸੀਂ ਨਹੀਂ ਚਲਾਉਂਦੇ ਜੀ। ਉਹਨਾਂ ਬੰਦ ਕਰਤੀਆਂ, ਭੇਜੀ ਵੀ ਟਰੈਕ ਤੇ ਕੁਝ ਕਿਸਾਨ ਬੈਠੇ ਆ ਤੇ ਕਿਸਾਨ ਖਾਲੀ ਕਰੋ ਤੇ ਅਸੀਂ ਗੱਡੀਆਂ ਪੈਸੇਂਜਰ ਗੱਡੀਆਂ ਚਲਾਉਣੀਆਂ ਜੀ। ਉਹਦੇ ਵਿੱਚ ਪੰਜਾਬ ਸਰਕਾਰ ਦੀ ਬਕਾਇਦਾ ਤੌਰ ਤੇ ਅਦਾਲਤ 'ਚ ਪੇਸ਼ੀ ਹੋਈ ਜੀ ਜੀ। ਉਹ ਕਹਿਣ ਲੱਗੇ ਭਾਈ ਜੇ ਤੁਸੀਂ ਨਹੀਂ ਚਲਾ ਸਕਦੇ ਤਾਂ ਤੁਸੀਂ ਗਵਰਨਰ ਨੂੰ ਸਿਫਾਰਿਸ਼ ਕਰਦੇ ਵੀ ਸਰਕਾਰ ਭੰਗ ਕਰ ਦਿੱਤੀ ਜਾਵੇ ਜੀ। ਬਿਲਕੁਲ ਜੀ। ਕਿਉਂ ਨਹੀਂ ਟਰੈਕ ਕਰਾਉਂਦੇ ਤੁਸੀਂ? ਇਹ ਤੁਹਾਡੀ ਡਿਊਟੀ ਹੈ। ਉਹਦੀ 18 ਤਰੀਕ ਪਈ ਹੁਣ ਜੀ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਦਿੱਲੀ ਦੇ ਵਿੱਚ ਇੰਨੀ ਗੱਲ ਕਹਿਤੀ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਟਰੈਕ ਖਾਲੀ ਪਏ, ਤੁਸੀਂ ਟ੍ਰੇਨਾਂ ਚਲਾਓ, ਗੁੱਡਸ ਵੀ ਚਲਾਓ, ਪੈਸੇਂਜਰ ਵੀ ਚਲਾਓ। ਲੇਕਿਨ ਕਿਸਾਨਾਂ ਦੀ ਜਿਹੜੀ ਪੰਜਾਬ ਸਰਕਾਰ ਨਾਲ ਮੀਟਿੰਗ, ਉਹਨਾਂ ਦੇ ਮੰਤਰੀ ਉੱਥੇ ਉਹਨਾਂ ਸਪਸ਼ਟ ਕਹਿਤਾ ਵੀ ਅਸੀਂ ਜੇ ਇਹਨਾਂ ਨੂੰ ਖਤਰਾ ਪੈਦਾ ਹੁੰਦਾ ਤਾਂ ਅਸੀਂ ਆਪਣੇ ਧਰਨੇ ਸਟੇਸ਼ਨਾਂ ਤੋਂ ਚੁੱਕ ਕੇ ਵੀ ਜਿਹੜੇ ਪਾਰਕ ਬਾਹਰ ਹੈਗੇ ਨਾ ਉੱਥੇ ਲੈ ਜਾਂਦੇ ਆ ਜੀ। ਲੇਕਿਨ ਤੁਹਾਨੂੰ ਫਿਰ ਕਹਿ ਦਈਏ ਵੀ 18 ਤਰੀਕ ਤੱਕ ਅਸੀਂ ਗੁੱਡਸ ਟ੍ਰੇਨ ਨੂੰ ਫਿਰ ਅਲਾਉ ਕਰਦੇ ਆ ਵੀ ਤੁਹਾਡੀਆਂ ਮਾਲ ਗੱਡੀਆਂ ਜਿਹੜੀਆਂ ਉਹ ਚੱਲ ਸਕਦੀਆਂ, ਪੈਸੇਂਜਰ ਟ੍ਰੇਨ ਚੱਲ ਸਕਦੀ ਜੀ। ਬਿਲਕੁਲ। ਉਹਦੇ ਵਿੱਚ ਪਿਛਲੇ 4 ਦਿਨ ਤੋਂ ਸਾਡੇ ਮੰਤਰੀ ਜਿਹੜੇ ਸੀ, ਸਾਡੇ ਐਮਪੀ ਸੀ, ਕਾਂਗਰਸ ਦੇ ਐਮਪੀ ਬੈਠੇ ਨੇ ਦਿੱਲੀ ਦੇ ਵਿੱਚ ਜਿਹੜੇ ਰੇਲ ਮੰਤਰੀ ਨਾਲ ਗੱਲਬਾਤ ਕਰਨ ਵਾਸਤੇ, ਉਹ ਨਹੀਂ ਗੱਲਬਾਤ ਹੋਈ। ਉਹ ਫਿਰ ਰੌਲਾ ਪੈਣ ਤੋਂ ਬਾਅਦ ਫਿਰ ਟਾਈਮ ਦਿੱਤਾ ਵੀ ਕੱਲ ਜਿਹੜੇ ਉਹ ਸਾਡੇ ਐਮਪੀਸ ਨੇ ਉਹ ਜਾ ਕੇ ਰੇਲ ਮੰਤਰੀ ਦੇ ਮਿਲਣਗੇ, ਆਪਣੀ ਗੱਲ ਕਰਨਗੇ ਤੇ ਕਿਸਾਨਾਂ ਨੇ ਕਹਿਤਾ ਗੁੱਡਸ ਟ੍ਰੇਨ ਨੂੰ ਅਸੀਂ ਕੋਈ ਰੋਕਦੇ ਨਹੀਂ ਗਏ। ਜੇ ਕਿਸੇ ਨੇ ਰੋਕਿਆ ਉਹ ਸਾਡੀ ਜਥੇਬੰਦੀਆਂ ਦੇ ਹਿੱਸਾ ਨਹੀਂ, ਉਹਦੇ ਨਾਲ ਸਿੱਧੀ ਗੱਲਬਾਤ ਜਿਹੜੀ ਉਹ ਸਰਕਾਰ ਕਰ ਸਕਦੀ ਹੈ ਤੇ ਕੁਝ ਜਥੇਬੰਦੀਆਂ ਨਾਲ ਸਰਕਾਰ ਦੀ ਸਿੱਧੀ ਗੱਲਬਾਤ ਹੋਈ ਵੀ ਆ। ਇਸ ਕਰਕੇ ਉਹਨਾਂ ਕਿਹਾ ਕਿ ਅਸੀਂ ਬਿਲਕੁਲ ਟੋਟਲੀ ਰੇਲਵੇ ਟਰੈਕ, ਰੇਲਵੇ ਸਟੇਸ਼ਨ ਖਾਲੀ ਕਰ ਦਿੰਦੇ ਹਾਂ। ਜਿਹੜੇ ਸਟੇਸ਼ਨ ਦੇ ਬਾਹਰ ਪਾਰਕ ਹੁੰਦੇ ਸਾਡੇ ਵਿਅਕਤੀ ਉੱਥੇ ਬੈਠੇ ਹੋਣਗੇ, ਸਾਡੇ ਬੰਦੇ ਉੱਥੇ ਬੈਠੇ ਹੋਣਗੇ ਜੀ ਜੀ। ਬਿਲਕੁਲ। ਤੇ ਦੂਜੇ ਪਾਸੇ ਪੱਟੀ ਸਾਹਿਬ ਗੱਲ ਕਰਦੇ ਆ ਕਿ ਗੰਢੇ ਤਾਂ ਬਹੁਤ ਮਹਿੰਗੇ ਹੋਏ ਆ, ਪਰ ਬਿਹਾਰ 'ਚ ਕਹਿੰਦੇ ਗੰਢਿਆਂ ਦੀ ਬਰਸਾਤ ਹੋਈ ਹੈ, ਇਹਦੇ ਬਾਰੇ ਦੱਸੋਗੇ ਥੋੜਾ ਜਿਹਾ ਵੀ ਇੰਨੇ ਸਸਤੇ ਹੋ ਗਏ ਉੱਥੇ ਕਿ ਗੰਢਿਆਂ ਦਾ ਮੀਂਹ ਪੈਣ ਲੱਗ ਪਿਆ? देखो जी, लालू ने कुछ क्या सीगा जी। लालू जी आप कब तक कब तक मुख्यमंत्री रहेंगे? वो कहता सी जब तक आलू रहेगा तब तक लालू रहेगा जी जी।
ਉਹਦਾ ਜਵਾਬ ਦਿੱਤਾ ਸੀ ਸ਼ਤਰੂਘਨ ਸਿਨਹਾ ਨੇ, ਜੀ बिहार में आलू तो रह सकेगा लेकिन लालू नहीं रहेगा। ਬਿਲਕੁਲ ਜੀ ਬਗੈਰ ਸਰਕਾਰ ਦਾ ਮੁੜ ਸਰਕਾਰ ਨਹੀਂ ਬਣੀ। ਜੀ ਜੀ ਹਾਂ ਹੁਣ ਕੀ ਹੋਇਆ, ਅਸੀਂ ਉੱਥੇ ਜੇ ਨਿਤਿਸ਼ ਕੁਮਾਰ ਨੂੰ ਸੁਸ਼ਾਸਨ ਬਾਬੂ ਕਹਿੰਦੇ, ਅਸੀਂ ਸੁਸ਼ਾਸਨ ਬਾਬੂ ਦਾ ਜਿਹੜਾ ਬੜਾ ਵਧੀਆ ਪ੍ਰਬੰਧ ਹੋਵੇ। ਹਾਂਜੀ ਜੀ ਹੁਣ ਉਹ ਸੁਸ਼ਾਸਨ ਬਾਬੂ ਜਿਹੜੇ 15 ਸਾਲ ਰਾਜ ਕੀਤਾ, ਲੋਕਾਂ ਨੂੰ ਗਿਲਾ ਇਹ ਹੈ ਵੀ ਭਾਈ ਸਾਡੇ ਤੋਂ ਵਿਕਾਸ ਵਾਸਤੇ ਵੀ ਕੀ ਕੀਤਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੇ ਸਭ ਤੋਂ ਵੱਧ ਗ੍ਰੈਜੂਏਟ ਨੇ ਜੀ ਕਿਸੇ ਸਟੇਟ ਦੇ ਨੌਜਵਾਨ ਤੇ ਉਹ ਬਿਹਾਰ ਦੇ ਨੇ। ਜੀ ਬਿਲਕੁਲ ਤੇ ਬਿਹਾਰ ਦੇ ਲੋਕਾਂ 'ਚ ਇੰਨੀ ਉਹਨਾਂ ਦੀ ਸਿਫਤ ਆ, ਇੰਨੀ ਉਹ ਮਿਹਨਤੀ ਆ ਵੀ ਆਪਣੀ ਜਿਹੜੀ ਦੇਸ਼ ਦੀ ਇਕਨੋਮੀ ਹੈ 33% ਆਪਣੇ ਸੂਬੇ ਦੀ ਇਕਨੋਮੀ ਦੂਜੇ ਸੂਬਿਆਂ ਤੋਂ ਜਾ ਕੇ ਉੱਥੇ ਜਾ ਕੇ ਖਰਚ ਕਰਦੇ ਆ। ਜੀ ਜੀ ਬਿਲਕੁਲ ਉਹ ਸੂਬੇ ਵਾਸਤੇ ਇੰਨਾ ਕੁਛ ਕਰੇ, ਤੁਸੀਂ ਕੀਤਾ ਕੀ ਹੈ? ਜੀ ਮੋਦੀ ਸਾਹਿਬ ਉੱਥੇ ਗਏ, ਇਹਨਾਂ ਕਹਿ ਦਿੱਤਾ ਜੀ ਵੇਖੋ ਅਸੀਂ 317 ਖਤਮ ਕੀਤੀ ਕਿ ਨਹੀਂ ਕੀਤੀ, ਜੀ ਜੀ ਕਸ਼ਮੀਰ ਦਾ ਸਭ ਜਿਹੜਾ ਸੀ ਸਪੈਸ਼ਲ ਸਟੇਟਸ ਖਤਮ ਕੀਤਾ ਕਿ ਨਹੀਂ ਕੀਤਾ, ਅਸੀਂ ਮੰਦਿਰ ਬਣਾਇਆ ਕਿ ਨਹੀਂ ਬਣਾਇਆ। ਉਹ ਨੌਜਵਾਨ ਕਹਿੰਦੇ ਅਸੀਂ ਮੰਦਿਰ ਕੋ ਕੀ ਲੈਣਾ, ਧਾਰਾ ਕੋ ਕੀ ਲੈਣਾ, ਸਾਨੂੰ ਰੁਜ਼ਗਾਰ ਚਾਹੀਦਾ, ਭੁੱਖੇ ਮਰਨੇ ਰੋਟੀ ਦਿਓ ਸਾਨੂੰ। ਜੀ ਬਿਲਕੁਲ ਉਸ ਚੀਜ਼ ਨੂੰ ਸਾਡੇ ਪ੍ਰਧਾਨ ਮੰਤਰੀ ਨੇ ਨਹੀਂ ਪਛਾਣਿਆ ਤੇ ਉਸ ਚੀਜ਼ ਨੂੰ ਜਿਹੜਾ ਕੈਸ਼ ਕਰਦੇ ਆ ਇਮੀਡੀਏਟਲੀ ਤੇਜਸਵੀ ਯਾਦਵ। ਇਹ ਤੁਹਾਨੂੰ ਮੈਂ ਦੱਸ ਦਿਆਂ ਜੀ, ਸਾਡੇ ਪੰਜਾਬ ਕੋਲੋਂ ਸਾਡੇ ਕੋਲ ਇੱਕ ਸਟੇਟਸ ਹੋਰ ਖੁੱਸ ਰਿਹਾ, ਜਲਦੀ ਉਮੀਦ ਹੈ ਖੁੱਸ ਜਾਏਗਾ। ਜੀ ਉਹ ਕੀ ਖੁੱਸ ਰਿਹਾ ਵਾ? ਜੀ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਜਿੰਨੇ ਵੀ ਮੁੱਖ ਮੰਤਰੀ ਬਣੇ, ਸਭ ਤੋਂ ਛੋਟੀ ਉਮਰ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣੇ ਸੀ 35 ਸਾਲ ਦੀ ਉਮਰ ਦੇ ਵਿੱਚ। ਹੁਣ ਜਿਸ ਤਰੀਕੇ ਨਾਲ ਤੇਜਸਵੀ ਯਾਦਵ ਉੱਥੇ ਵਿਚਰ ਰਿਹਾ ਵਾ, ਲੋਕਾਂ ਨੂੰ ਸਮਰਥਨ ਮਿਲ ਰਿਹਾ ਵਾ, ਆਮ ਤੌਰ ਤੇ ਸਰਵੇ ਕਹਿ ਰਹੇ ਵੀ ਉਹ ਅਗਲਾ ਮੁੱਖ ਮੰਤਰੀ ਹੋਏਗਾ। ਜੀ ਜੀ ਉਹਦੀ ਉਮਰ 31 ਸਾਲ ਦੀ ਆ। 31 ਸਾਲ ਦੀ ਉਮਰ ਮੁੱਖ ਮੰਤਰੀ ਬਣੇਗਾ ਮੁੰਡਾ। ਜੀ ਹੁਣ ਉਹਨੇ ਲੋਕਾਂ ਦੀ ਨਬਜ਼ ਪਛਾਣੀ, ਉਹਨੇ ਕਿਹਾ ਜੀ ਤੁਹਾਡੀ ਗੱਲ ਬਿਲਕੁਲ ਠੀਕ, ਤੁਹਾਨੂੰ ਰੁਜ਼ਗਾਰ ਚਾਹੀਦਾ, ਮੈਂ ਮੁੱਖ ਮੰਤਰੀ ਬਣੂੰਗਾ ਤੇ ਮੈਂ ਪਹਿਲੀ ਮੀਟਿੰਗ ਦੇ ਵਿੱਚ 10 ਲੱਖ ਨੌਕਰੀਆਂ ਸਰਕਾਰੀ ਸੈਂਕਸ਼ਨ ਕਰੂੰਗਾ। उस टाइम के उत्ते साडे प्रधानमंत्री से ले लो, सुशासन बाबू ले लो, कहता है इनको पूछो कि उनके लिए तनख्वाह कहाँ से आएगी, लालू प्रसाद जेब से भेजेंगे, राबड़ी देवड़ी के पर्स से आएगी। लोग गलत कह रहे हैं, लोग जिहड़े सी उमड़ गए तेजस्वी यादव वाले पासे, मुड़ के इन्होंने मजबूर करना पिया कि ये 10 लाख की गल कहता सी 19 लाख की करांगे। ਉਹ ਨੌਜਵਾਨ ਕਹਿੰਦੇ ਵੀ 15 ਸਾਲ ਦੀ ਨੌਕਰੀ ਤੂੰ ਚਾਚਾ ਦਿੱਤੀ, ਚਾਚਾ ਨੇ ਸੀ, ਚਾਚਾ 15 ਸਾਲ ਨੌਕਰੀ ਦਿੱਤੀ ਨਹੀਂ, ਤੁਸੀਂ ਕਿੱਥੋਂ ਦੇ ਨੌਕਰੀ। ਅਗਲੀ ਗੱਲ, ਬਿਹਾਰ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਿਹੜੀ ਬੀਜੇਪੀ ਨੂੰ ਵਿਸ਼ਵਾਸ ਨਾ ਨਿਤਿਸ਼ ਤੇ ਆ, ਜਨਤਾ ਦਲ ਜੂ ਤੇ ਆ, ਤੇ ਨਾ ਜਨਤਾ ਦਲ ਜੂ ਨੂੰ ਇਹਦੇ ਤੇ ਬੀਜੇਪੀ ਤੇ ਜੀ। ਬੀਜੇਪੀ ਚਾਹੁੰਦੀ ਕਿਸੇ ਨੇ ਕਬਜ਼ਾ ਕਰਨਾ, ਲੇਕਿਨ ਲੱਗਦਾ ਨਹੀਂ ਉੱਥੇ ਕਬਜ਼ਾ ਹੋਵੇ। मैं तो एक लालू की छोटी जी कहानी दस लगा जी, पुरानी बद वधा मिट लाऊंगा। 1977 ਦੇ ਵਿੱਚ ਇਹ ਸਾਰੇ ਜਿਹੜੇ ਜੈਪ੍ਰਕਾਸ਼ ਨਾਰਾਇਣ ਦੇ ਚੱਲੇ ਆ, ਇਹ ਆਪਣੇ ਜਿਹੜੇ ਸਾਡੇ ਆਪਣੇ ਹੈਗੇ ਆ ਸ਼ਾਸਨ ਬਾਬੂ ਦੇ ਨਿਤਿਸ਼ ਕੁਮਾਰ ਤੇ ਲਾਲੂ ਸਾਰੇ ਜੈਪ੍ਰਕਾਸ਼ ਨਾਰਾਇਣ ਦੇ ਚੱਲੇ ਜੀ। ਤੇ ਜੈਪ੍ਰਕਾਸ਼ ਨਾਰਾਇਣ ਦੀ ਇੱਕ ਜਿਹੜੀ ਸਾਰਿਆਂ ਨੇ ਰੈਲੀ ਕੀਤੀ ਸੀ ਪਾਰਟੀ ਨੇ ਲੁਧਿਆਣੇ ਦੇ ਵਿੱਚ ਜੀ, ਤੇ ਲਾਲੂ ਪ੍ਰਸਾਦ ਦੀ ਵਾਰੀ ਬਾਅਦ ਚ ਆਈ ਸੀ। ਜਦੋਂ ਲੋਕ ਕੋਈ ਸੌਣ ਡਿਆ ਸੀ, ਕੋਈ ਉਂਘਣ ਡਿਆ ਸੀ, ਧਿਆਨ ਨਹੀਂ ਸੀ ਪਾਸੇ, ਉਹ ਸਟੇਟ ਤੋਂ ਗਰਜਾ ਆ ਕੇ कहता मैं उस धरती से आया हूं जहां सच पैदा हुआ था, मैं उस धरती से जहां ईश्वर पैदा हुआ था जी, मैं उस धरती से आया हूं वहां गुरु गोबिंद सिंह पैदा हुए थे। बोले सोनाल सत श्री अकाल चिकारे बन गए जी। कहता मेरी बात ध्यान से सुनो, जे गुरु गोबिंद सिंह ना होते तो लालू प्रसाद यादव ना होता, जथेदार गुरचंद सिंह टोड़ा ना होता, प्रकाश सिंह बादल होता, सुरजीत सिंह बरनाला ना होता, तो फिर क्या होता? ये गुरु गोबिंद सिंह ना होते ते लालू भी खा होता, ते टोड़ा भी खा होता, ते बादल भी खा होता जी। उसका मतलब सी गुरु गोबिंद सिंह ना होते सारे मुसलमान होते, कोई भी बंदा है सिख मुसलमान ईसाई जब सिख ना हिंदू तो कोई ना होता जी। बिल्कुल ਜਦੋਂ ਇੰਨੀ ਵੱਡੀ ਗੱਲ ਉਹਨੇ ਕੀ ਜਕਾਰੇ ਵੱਧ ਕੇ ਉਹਦਾ ਨੰਬਰ ਬਣ ਗਿਆ ਵੀ ਲਾਲੂ ਨੇ ਬਹੁਤ ਸੋਹਣੀ ਸਪੀਚ ਕੀਤੀ
ਜੀ ਬਿਲਕੁਲ ਇਸ ਕਰਕੇ ਉਸ ਲਾਲੂ ਦਾ ਬੇਟਾ ਵਾ, ਜਦੋਂ ਉਹਦੇ ਮੁੰਡੇ ਨੂੰ ਪੁੱਛਿਆ ਗਿਆ ਤੇਜਸਵੀ ਯਾਦਵ ਨੂੰ ਕਿ ਲੋਕੀ ਇੱਕ ਮੰਗ ਸੀਗੀ ਵੀ ਸਾਨੂੰ ਲਾਲੂ ਵਰਗਾ ਪ੍ਰਸ਼ਾਸਨ ਨਹੀਂ ਚਾਹੀਦਾ, ਉਹਨੇ ਆਪਣੇ ਪਿਓ ਦੀ ਤੇ ਮਾਂ ਦੀ ਆਪਣੇ ਹੋਰਡਿੰਗ 'ਚ ਕਿਤੇ ਤਸਵੀਰ ਤੱਕ ਨਹੀਂ ਲਾਈ। ਇੱਕ ਦੀ ਵਾਇਰ ਦੀ ਕੁੜੀ ਰਿਪੋਰਟਰ ਆ, ਉਹਨੇ ਪੁੱਛ ਲਿਆ ਸਵਾਲ ਉਹਨੂੰ, ਆਂਦੀ तेजस्वी जी मेरे को जेल पे बताओ आपने ना लालू जी की तस्वीर लगाई है, क्यों नहीं लगाई आपने जी? तो कहना मैम आप अच्छी तरह जानते हैं लालू जी लोगों के दिलों में बसते हैं। मतलब ਉਹਦੇ ਸਵਾਲ ਕਿਹੜਾ ਟੁਕਾ, ਉਹਦਾ ਸਵਾਲ ਬਿਲਕੁਲ ਟੁਕਾ ਸੀ ਤੇ ਜਵਾਬ ਬਿਲਕੁਲ ਟੁਕਾ ਸੀ ਜੀ ਬਿਲਕੁਲ। ਇਸ ਕਰਕੇ ਉੱਥੇ ਜੇ तेजस्वी यादव ਮੁੱਖ ਮੰਤਰੀ ਬਣਦਾ, ਇਹ ਜਦੋਂ ਗਏ ਨੇ ਉੱਥੇ ਇੱਕ ਹੈਗਾ ਸੀ ਇਹਨਾਂ ਦਾ ਉਮੀਦਵਾਰ, ਉਹਦੀ ਰੈਲੀ 'ਚ ਗਏ ਨੇ ਜੀ, ਉਮੀਦਵਾਰ ਤੇ ਪਹਿਲਾਂ ਭਜਾਤਾ ਉੱਥੋਂ ਉਹਨਾਂ ਨੇ, ਉਦਾਂ ਹੀ ਲੋਕਾਂ ਨੇ। ਤੇ ਜਦੋਂ ਮੈਂ ਨਿਤਿਸ਼ ਜੀ ਕਹੇ ਤੇ ਇਹਨਾਂ ਨੂੰ ਗੰਢੇ ਮਾਰੇ ਗਏ, ਭਾਈ ਗੰਢਿਆਂ ਦੀ ਕੀ ਕੀਮਤ ਹੈ ਵੇਖੋ ਤੁਸੀਂ। ਜੀ ਇਹ ਵੀ ਵਿਚਾਰੇ ਰੰਗ ਦੇ ਬਿਲਕੁਲ। ਪੱਟੀ ਸਾਹਿਬ ਤੁਹਾਡੇ ਤੋਂ ਆਖਰੀ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਸੁਖਬੀਰ ਸਿੰਘ ਬਾਦਲ ਕੈਪਟਨ ਨੂੰ ਸਲਾਹ ਦੇ ਰਿਹਾ ਕਿ ਉਹ ਜਾ ਕੇ ਮਰਨ ਵਰਤ ਰੱਖਣ, ਫੇਰ ਹੀ ਕੋਈ ਹੱਲ ਹੋ ਸਕਦਾ ਹੈਗਾ, ਜਾਂ ਭੁੱਖ ਹੜਤਾਲ ਕਾਰਨ ਮਰਨ ਵਰਤ ਰੱਖਣ, ਸੋ ਇਹਦੇ ਬਾਰੇ ਥੋੜਾ ਜਿਹਾ ਦੱਸੋ ਜੀ। ਵੇਖੋ ਜੀ, ਕਾਂਗਰਸ ਵਿੱਚ ਮਰਨ ਵਰਤ ਰੱਖਣ ਦੀ ਕੋਈ ਪਰੰਪਰਾ ਨਹੀਂ ਹੈਗੀ, ਤੇ ਹੈਗੀ ਤਾਂ ਉਹ ਅਕਾਲੀਆਂ 'ਚ ਹੈ ਜੀ। ਸੰਤ ਫਤਿਹ ਸਿੰਘ ਨੇ ਮਰਨ ਵਰਤ ਰੱਖਿਆ, ਮਾਸਟਰ ਤਾਰਾ ਸਿੰਘ ਮਰਨ ਵਰਤ ਰਖਾਇਆ ਗਿਆ, ਜੀ ਸ਼ੂਗਰ ਦਾ ਮਰੀਜ਼ ਸੀ, ਉਹ ਮੁੜ ਕੇ ਛਡਾਇਆ ਗਿਆ, ਜਦੋਂ ਛੱਡਿਆ ਮੁੜ ਕੇ ਉਸ ਤੋਂ ਬਾਅਦ ਲੋਕਾਂ ਨੇ ਉਹਨੂੰ ਪਰਵਾਇਆ ਨਹੀਂ, ਮੁੜ ਕੇ ਮਾਸਟਰ ਦਾ ਸਾਥ ਨਹੀਂ ਦਿੱਤਾ, ਮਾਸਟਰ ਫਿਰ ਹਾਰ ਗਿਆ ਜੀ। ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਵੀ ਕੈਪਟਨ ਨੂੰ ਮਰਨ ਵਰਤ ਰੱਖਣ ਦੀ ਗੱਲ ਤੂੰ ਕਰਦਾ, ਭਾਈ ਤੂੰ ਆਪ ਕੰਮ ਕਰੇ, ਤੁਹਾਡੀ ਪਰੰਪਰਾ ਮੈਂ ਕੱਟ ਜਲਦੀ ਜੀ। ਜਿਹੜਾ ਭਰਿਆ ਮੇਲਾ ਉਹ ਲੁੱਟ, ਜੇ ਹਿੰਮਤ ਹੈਗੀ ਹੈ ਤੇ ਜੀ। ਫਿਰੂਮਾਨ ਕੌਣ ਸੀਗਾ? ਫਿਰੂਮਾਨ ਕਾਂਗਰਸ ਸੀ, ਮੁੜ ਕੇ ਸੁਤੰਤਰ ਪਾਰਟੀ ਦਾ ਸੀ, ਉਹਨੇ ਮਰਨ ਵਰਤ ਕਿਉਂ ਰੱਖਿਆ ਸੀ ਵੀ ਅਕਾਲੀਆਂ ਨੇ ਆਪਣੇ ਮਰਨ ਵਰਤ ਤੋੜ ਕੇ ਪੰਜਾਬ ਦੀ ਬਦਨਾਮੀ ਕਰੀ, ਸਿੱਖਾਂ ਦੀ ਬਦਨਾਮੀ ਕਰਾਈ ਜੀ ਬਿਲਕੁਲ। ਉਹਨੇ ਇਸ ਕਰਕੇ ਮਰਨ ਵਰਤ ਰੱਖਿਆ ਸੀ। ਜਦੋਂ ਮਰਨ ਵਰਤ ਤੋੜਨ ਵਾਸਤੇ ਉਹਦੇ ਕੋਲ ਗਿਆ ਸੀ ਸਾਡੇ ਜਹਦਰ ਭੁਪਿੰਦਰ ਸਿੰਘ ਹੋਰੀ, ਉਹ ਜਹਦਰ ਅਕਾਲ ਤਖਤ ਵੀ ਰਹੇ ਨੇ, ਉਹ ਹੈੱਡ ਗ੍ਰੰਥੀ ਦਰਬਾਰ ਸਿੰਘ ਵੀ ਰਹੇ ਨੇ, ਜੀ ਉਹਨੂੰ ਭੇਜਿਆ ਸੀ ਕਰ ਗਿਆ ਸੀ, ਤੁਹਾਨੂੰ ਸਤਿਕਾਰ ਕਰਨ ਤੁਸੀਂ ਜਾਓ ਤੁਸੀਂ। ਜੀ। ਜਦੋਂ ਉਹ ਉੱਥੇ ਗਏ ਸੀਗੇ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ, ਵੇਖੋ ਜੀ ਮੈਂ ਅਰਦਾਸ ਕੀਤੀ ਆ ਅਕਾਲ ਤਖਤ ਦੇ ਉੱਤੇ ਵੀ ਜਿੰਨਾ ਚਿਰ ਪੰਜਾਬ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਆਹ ਅਕਾਲੀ ਜਿਹੜੇ ਇਹਨਾਂ ਨੂੰ ਗੁਰੂ ਸਿੱਖਵਾ ਦਿੰਦਾ, ਚਿਰ ਮੈਂ ਆਪਣਾ ਵਰਤ ਨਹੀਂ ਛੱਡੂ। ਤੁਸੀਂ ਸਤਿਕਾਰ ਚੋਂ ਕਿਉਂ ਆਏ ਹੋ? ਮੈਂ ਤੁਹਾਡਾ ਸਤਿਕਾਰ ਕਰਦਾ, ਲੇਕਿਨ ਮੈਂ ਅਰਦਾਸ ਕੀਤੀ, ਮੰਗਾਂ ਨਹੀਂ ਮੰਨੀਆਂ ਗਈਆਂ, ਲੇਕਿਨ ਉਹ ਆਪਣੀ ਅਰਦਾਸ ਨਿਭਾ ਗਿਆ। 74 ਦਿਨ ਜੇਲ੍ਹ ਦੇ ਤਹਿਤ, 74 ਦਿਨ ਬਾਅਦ ਜਿਹੜੀ ਸੀ ਉਹਨੂੰ ਉਹਦੀ ਡੈਥ ਹੋ ਗਈ ਜੀ। ਸਤਿਕਾਰ ਕਿਹਨੇ ਬੰਦ ਕੀਤਾ ਸੀ? ਅਕਾਲੀ ਸਰਕਾਰ ਨੇ, ਜਿਹੜੇ ਪੰਜਾਬ ਦੇ ਲਈ ਜਿਹੜੇ ਦਮ ਭਰਦੇ ਜੀ। ਇਸ ਕਰਕੇ ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਇਹ ਕੈਪਟਨ ਦਾ ਮੋਦੀ ਨਾਲ ਫ੍ਰੈਂਡਲੀ ਮੈਚ ਆ। ਭਾਈ ਜਦੋਂ ਤੁਹਾਡੀ ਵਾਈਫ ਨੇ ਦਸਤਖਤ ਕੀਤੇ ਸੀ, ਹਰਸਿਮਰਤ ਕੌਰ ਬਾਦਲ ਨੇ ਦਸਤਖਤ ਕੀਤੇ ਸੀਗੇ, ਉਦੋਂ ਕਿਹੜਾ ਮੈਚ ਸੀਗਾ? ਜੀ ਬਿਲਕੁਲ। ਕਿ ਦਿੱਲੀ ਉਹ ਆ ਕੇ ਚੰਡੀਗੜ੍ਹ ਪ੍ਰਸਤੁਤ ਕੀਤੀ ਵੀ ਇਹ ਬਿੱਲ ਬੜੇ ਵਧੀਆ ਹੈਗੇ ਆ, ਇਹ ਕਿਸਾਨਾਂ ਦੇ ਹਿੱਤ 'ਚ ਹੈਗੇ ਆ, ਤੇ ਜਦ ਕਿਸਾਨਾਂ ਨੇ ਤੁਹਾਨੂੰ ਤੁਹਾਡੇ ਪਿੰਡ ਵੀ ਨਹੀਂ ਜਾਣ ਦਿੱਤਾ ਤੇ ਮੁੜ ਕੇ ਤੁਹਾਨੂੰ ਚੇਤਾ ਆਇਆ ਵੀ ਨਹੀਂ ਇਹ ਗੱਲ ਮੁਸ਼ਕਲ ਹੋ ਗਈ, ਤੇ ਅਗਲੇ ਦਿਨ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀ ਜਿਹਦੇ ਵਿੱਚ ਤੁਹਾਡੇ ਤੋਂ ਸਿਵਾਏ ਬਾਕੀ ਸਾਰਿਆਂ ਨੇ ਵਿਰੋਧ ਕੀਤਾ ਜੀ ਕਿ ਸਾਨੂੰ ਕਿਸਾਨਾਂ ਨੂੰ ਖੜਨਾ ਚਾਹੀਦਾ, ਤੇ ਫਿਰ ਤੁਸੀਂ ਕਿਸਾਨਾਂ ਨਾਲ ਖੜੇ ਸੀ ਆ ਕੇ, ਫਿਰ ਤੁਹਾਡੀ ਅਸੀਂ ਮੈਂ ਦਿੱਤਾ ਸੀ। ਇਸ ਕਰਕੇ ਮਰਨ ਵਰਤ ਤੁਸੀਂ ਰੱਖੋ ਜੀ, ਉਹ ਦਾ ਸਾਥ ਦੇਣਗੇ, ਤੁਹਾਡੀ ਖੁਸ਼ੀ ਜਿਹੜੀ ਜ਼ਮੀਨ ਉਹ ਹਾਸਲ ਹੋ ਜਾਏਗੀ ਜੀ। ਇੱਕ ਮੈਨੂੰ ਯਾਦ ਆ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਇੱਕ ਮੈਂ ਸਪੀਚ ਕੀਤੀ ਸੀ, ਬੜੀ ਪੁਰਾਣੀ ਗੱਲ, ਬੜੀ 50 ਸਾਲ ਪੁਰਾਣੀ ਗੱਲ, 50 40 ਸਾਲ ਦੀ ਗੱਲ ਜੀ। ਯਾਦ ਤੇਗ ਬਹਾਦਰ ਸਾਹਿਬ ਜੀ। ਇਸ਼ਕ ਵਿੱਚ ਬਹੁਤ ਅੱਗੇ ਪਹੁੰਚੇ ਜਨੂਨ ਤੇਰਾ, ਵਾਹ। ਇਸ਼ਕ ਵਿੱਚ ਬਹੁਤ ਅੱਗੇ ਪਹੁੰਚੇ ਜਨੂਨ ਤੇਰਾ, ਇਸ਼ਕ ਦੀ ਖਾਤਰ ਸਾਂਝਾ ਡੁੱਲੇ ਖੂਨ ਤੇਰਾ। ਇਹ ਸੀ ਗੁਰੂ ਸਾਹਿਬ ਦੀ ਫਿਦਰਤ ਵੀ ਉਹਨਾਂ ਨੇ ਆਪਣਾ ਜਿਹੜਾ ਇਸ਼ਕ ਸੀ, ਆਪਣਾ ਜਿਹੜਾ ਪਰਮਾਤਮਾ ਨਾਲ ਉਹਨਾਂ ਦੇ ਲਗਾਓ ਸੀ, ਇੱਥੋਂ ਤੱਕ ਜਨੂਨ ਪਹੁੰਚ ਗਿਆ ਸੀ, ਇੱਥੋਂ ਤੱਕ ਪਹੁੰਚ ਗਿਆ ਸੀਗਾ ਵੀ ਉਹਨਾਂ ਖੂਨ ਦਾ ਕਤਰਾ ਕਤਰਾ ਵੀ ਮਨੁੱਖਤਾ ਦੀ ਸਾਂਝੀ ਵਾਲਤਾ ਉਸ ਦਿੱਤਾ ਸੀ ਜੀ। ਹਾਂਜੀ ਮਾਜ ਜੀ ਬਹੁਤ ਵਧੀਆ ਤੁਹਾਡਾ ਜੀ, ਅੱਜ ਬੜਾ ਵਧੀਆ ਤੁਸੀਂ ਡੀਟੇਲ ਦੇ ਵਿੱਚ ਸਾਰੀਆਂ ਖਬਰਾਂ ਦੱਸੀਆਂ, ਤੇ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਸੋ ਤੁਹਾਨੂੰ ਸ਼ੁਭ ਰਾਤਰੀ, ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਜਿਹੜਾ ਤੁਹਾਡੇ ਕੋਲ, ਰਾਤ ਵੀ ਬਹੁਤ ਟਾਈਮ ਹੋ ਚੁੱਕਾ। ਸੋ ਕੱਲ ਫਿਰ ਮੁਲਾਕਾਤ ਹੋਵੇਗੀ, ਖਿਆਲ ਰੱਖਿਓ ਜੀ। ਸਾਡੇ ਵੱਲੋਂ ਤੁਹਾਨੂੰ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਸੋ ਬਿਲਕੁਲ ਬਲਵੀਰ ਜੀ, ਬਹੁਤ ਵਧੀਆ। ਜਦੋਂ ਪੰਜਾਬ ਦੀ ਗੱਲ ਕਰਦੇ ਆ ਤੇ ਬਹੁਤ ਸਾਰੀਆਂ ਖਬਰਾਂ ਸਾਡੇ ਸਾਹਮਣੇ ਇਹੋ ਜਿਹੀਆਂ ਆਉਂਦੀਆਂ ਜਿਨ੍ਹਾਂ ਨੂੰ ਸੁਣ ਕੇ ਲੱਗਦਾ ਕਿ ਇਹ ਸਭ ਚ ਰਾਜਨੀਤੀ ਆ, ਗੇਮਾਂ ਹੀ ਚੱਲ ਰਹੀਆਂ ਹੈਗੀਆਂ, ਕੋਈ ਹੱਲ ਸਿੱਟੇ ਤੇ ਨਿਕਲ ਨਹੀਂ ਰਹੇ ਔਰ ਇੱਕ ਦੂਜੇ ਤੇ ਦੂਸ਼ਣਬਾਜ਼ੀ ਹੋ ਰਹੀ ਹੈ।